ਅਸੀਂ ਜਾਣਦੇ ਹਾਂ ਕਿ ਇੱਥੇ ਦਿੱਤੀ ਚਤੁਰਭੁਜ ABCD ਇੱਕ ਸਮਾਨਾਂਤਰ ਚਤੁਰਭੁਜ ਹੈ ਅਤੇ ਮੈਂ ਇੱਥੇ ਡਿਸਕਸ ਕਰਨਾ ਚਾਹੁੰਦਾ ਹਾਂ ਕਿ ਇਸ ਚਤੁਰਭੁਜ ਦਾ ਖੇਤਰਫਲ ਕੀ ਹੋਵੇਗਾ। ਲਾਸਟ ਵੀਡੀਓ ਦੇ ਵਿੱਚ ਅਸੀਂ ਇੱਕ ਖਾਸ ਕਿਸਮ ਦੀ ਚਤੁਰਭੁਜ ਜੋ ਕਿ ਸਮਚਤੁਰਭੁਜ ਸੀ ਉਸ ਦੇ ਖੇਤਰਫਲ ਦਾ ਤਰੀਕੇ ਬਾਰੇ ਗੱਲਬਾਤ ਕੀਤੀ ਸੀ ਜੋ ਕਿ ਬਰਾਬਰ ਸੀ 1/2 ਗੁਣਾ ਵਿਕਰਣ। ਹੁਣ ਸਮਚਤੁਰਭੁਜ ਇੱਕ ਸਮਾਨਾਂਤਰ ਚਤੁਰਭੁਜ ਹੀ ਹੁੰਦੀ ਹੈ ਪਰ ਅਸੀਂ ਹਰੇਕ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਉਸ ਫਾਰਮੂਲੇ ਨਾਲ ਨਹੀਂ ਪਤਾ ਕਰ ਸਕਦੇ ਜੋ ਕਿ ਸੀ 1/2 ਵਿਕਰਣ ਕਿਉਂਕਿ ਹਰੇਕ ਸਮਾਨਾਂਤਰ ਚਤੁਰਭੁਜ ਸਮਚਤੁਰਭੁਜ ਨਹੀਂ ਹੁੰਦੀ। ਪਰ ਜੇਕਰ ਉਹ ਸਮਚਤੁਰਭੁਜ ਨਹੀਂ ਹੈ ਤਾਂ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਸਾਨੂੰ ਪਤਾ ਕਰਨਾ ਪਵੇਗਾ। ਹੁਣ ਆਓ ਪਹਿਲਾਂ ਦੇਖੀਏ ਕਿ ਅਸੀਂ ਸਮਾਨਾਂਤਰ ਚਤੁਰਭੁਜ ਬਾਰੇ ਕੀ ਜਾਣਦੇ ਹਾਂ। ਹੁਣ ਅਸੀਂ ਜਾਣਦੇ ਹਾਂ ਕਿ ਸਮਾਨਾਂਤਰ ਚਤੁਰਭੁਜ ਦੀ ਆਮੋ ਸਾਹਮਣੇ ਵਾਲੀਆਂ ਭੁਜਾਵਾਂ ਸਮਾਨਾਂਤਰ ਹੁੰਦੀਆਂ ਹਨ। ਹੁਣ ਇੱਥੇ ਇਸ ਭੁਜਾ ਦੇ ਸਮਾਨਾਂਤਰ ਇਹ ਭੁਜਾ ਹੈ ਅਤੇ ਇਸ ਭੁਜਾ ਦੇ ਸਮਾਨਾਂਤਰ ਇਹ ਭੁਜਾ ਹੈ। ਇਸ ਤੋਂ ਇਲਾਵਾ ਅਸੀਂ ਜਾਣਦੇ ਹਾਂ ਕਿ ਆਮੋ ਸਾਹਮਣੇ ਭੁਜਾਵਾਂ ਦੀ ਲੰਬਾਈ ਵੀ ਬਰਾਬਰ ਹੁੰਦੀ ਹੈ। ਇਹ ਦੋਨੇ ਭੁਜਾਵਾਂ ਦੀ ਆਪਸ 'ਚ ਲੰਬਾਈ ਬਰਾਬਰ ਹੈ ਅਤੇ ਇਹਨਾਂ ਦੋਨੇ ਭੁਜਾਵਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੈ। ਹੁਣ ਅੱਗੇ ਅਸੀਂ ਸਮਾਨਾਂਤਰ ਚਤੁਰਭੁਜ ਦਾ ਇੱਕ ਵਿਕਰਣ ਖਿੱਚ ਲੈਂਦੇ ਹਾਂ। ਅਸੀਂ ਇਸ ਦਾ ਇੱਕ ਵਿਕਰਣ ਖਿੱਚ ਲੈਂਦੇ ਹਾਂ। ਹੁਣ ਜਦੋਂ ਅਸੀਂ ਇਸ ਦਾ ਵਿਕਰਣ ਖਿੱਚਿਆ ਤਾਂ ਇਹ ਸਮਾਨਾਂਤਰ ਚਤੁਰਭੁਜ ਦੋ ਸਰਵੰਕਸਮ ਤ੍ਰਿਭੁਜਾਂ ਵਿੱਚ ਵੰਡ ਹੋ ਗਈ ਹੈ। ਅਸੀਂ ਪਹਿਲਾਂ ਵੀ ਕਈ ਵਾਰੀ ਡਿਸਕਸ ਕੀਤਾ ਹੈ ਕਿ ਦੋਨੋਂ ਹੀ ਤਿਕੋਣਾ ਸਰਵੰਕਸਮ ਹਨ ਪਰ ਫਿਰ ਵੀ ਬੜਾ ਸਿੱਧਾ ਜਿਹਾ ਤਰੀਕਾ ਹੈ ਕਿਉਂਕਿ ਇੱਥੇ ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ, ਇਸ ਭੁਜਾ ਦੀ ਲੰਬਾਈ ਇਸ ਭੁਜਾ ਦੇ ਬਰਾਬਰ ਹੈ ਅਤੇ ਜੇ ਵਿਚਕਾਰ ਵਾਲੀ ਭੁਜਾ ਹੈ ਇਹ ਦੋਨਾਂ ਤ੍ਰਿਭੁਜਾਂ ਦੀ ਸਾਂਝੀ ਭੁਜਾ ਹੈ। ਇਸ ਤਰ੍ਹਾਂ SSS ਸਰਵੰਕਸਮਤਾ ਕਸੌਟੀ ਦੇ ਅਨੁਸਾਰ ਇਹ ਦੋਨੋਂ ਹੀ ਤ੍ਰਿਭੁਜਾਂ ਸਰਵੰਕਸਮ ਹਨ। ਹੁਣ ਅੱਗੇ ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਦੋ ਤਿਕੋਣਾ ਸਰਵੰਕਸਮ ਹੁੰਦੀਆਂ ਹਨ ਤਾਂ ਉਹਨਾਂ ਦਾ ਖੇਤਰਫਲ ਬਰਾਬਰ ਹੁੰਦਾ ਹੈ। ਤਾਂ ਇੱਥੇ ਅਸੀਂ ਪਹਿਲਾਂ ਲਿਖ ਲੈਂਦੇ ਹਾਂ ਕਿ ਇੱਥੇ ਤਿਕੋਣ ADC ਸਰਵੰਕਸਮ ਹੈ ਦੂਜੀ ਤਿਕੋਣ ਇਹ ਵਾਲੀ ਤਿਕੋਣ। ਹੁਣ ਇਸ ਤਿਕੋਣ ਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ, ਅਸੀਂ ਇੱਥੇ A ਤੋਂ ਸ਼ੁਰੂ ਕੀਤਾ ਅਤੇ ਫਿਰ D ਤੇ ਪਹੁੰਚੇ ਭਾਵ ਕਿ ਡਬਲ ਸਲੈਸ਼ ਤੋਂ ਟੱਪ ਕੇ ਗਏ ਅਤੇ ਫਿਰ ਇੱਕ ਸਲੈਸ਼ ਵੱਲ ਆ ਗਏ। ਇਸੇ ਤਰ੍ਹਾਂ ਅਸੀਂ ਜਦੋਂ ਦੂਜੀ ਤ੍ਰਿਭੁਜ ਲਿਖਾਂਗੇ ਤਾਂ ਅਸੀਂ ਇੱਥੇ C ਤੋਂ ਸ਼ੁਰੂ ਕਰਾਂਗੇ। C ਤੋਂ ਅਸੀਂ ਇਹ ਦੇਖੋ ਡਬਲ ਸਲੈਸ਼ ਨੂੰ ਜਾਵਾਂਗੇ ਅਤੇ ਉਸ ਤੋਂ ਬਾਅਦ ਇੱਕ ਸਲੈਸ਼ ਵੱਲ ਜਾਵਾਂਗੇ ਤਾਂ ਦੂਜੀ ਤ੍ਰਿਭੁਜ ਲਿਖਾਂਗੇ CBA ਦੋਨੋਂ ਹੀ ਤਿਕੋਣਾ ਸਰਵੰਕਸਮ ਹਨ। ਇਹ ਹਨ ਬਾਏ SSS ਸਰਵੰਕਸਮਤਾ ਕਸੌਟੀ ਦੇ। ਹੁਣ ਅੱਗੇ ਅਸੀਂ ਇੱਥੇ ਪੂਰੀ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਚਤੁਰਭੁਜ ABCD ਦਾ ਖੇਤਰਫਲ ਬਰਾਬਰ ਹੈ ਤਿਕੋਣ ADC ਦਾ ਖੇਤਰਫਲ ਜਮਾ ਜੋ ਉੱਪਰ ਤਿਕੋਣ ਹੈ ABC ਦਾ ਖੇਤਰਫਲ ਜਮਾ ਤਿਕੋਣ ABC ਦਾ ਖੇਤਰਫਲ। ਹੁਣ ਜਿਵੇਂ ਅਸੀਂ ਪਹਿਲਾਂ ਹੀ ਡਿਸਕਸ ਕੀਤਾ ਸੀ ਕਿ ਤਿਕੋਣ ABC ਦਾ ਖੇਤਰਫਲ ਅਤੇ ADC ਦਾ ਖੇਤਰਫਲ ਸੇਮ ਹੈ ਤਾਂ ਅਸੀਂ ਇਸ ਦੀ ਥਾਂ ਤੇ ਲਿਖ ਸਕਦੇ ਹਾਂ ਤਿਕੋਣ ADC ਦਾ ਖੇਤਰਫਲ। ਹੁਣ ਜਦੋਂ ਦੋਨਾਂ ਨੂੰ ਜੋੜ ਕਰਾਂਗੇ ਤਾਂ ਇਹ ਬਣ ਜਾਏਗਾ 2 ਗੁਣਾ ਤਿਕੋਣ ADC ਦਾ ਖੇਤਰਫਲ। ਹੁਣ ਇਹ ਅਸੀਂ ਇਸ ਲਈ ਕੀਤਾ ਹੈ ਕਿਉਂਕਿ ਤ੍ਰਿਭੁਜ ਦਾ ਖੇਤਰਫਲ ਪਤਾ ਕਰਨ ਦਾ ਫਾਰਮੂਲਾ ਸਾਨੂੰ ਪਹਿਲਾਂ ਹੀ ਪਤਾ ਹੈ। ਹੁਣ ਤ੍ਰਿਭੁਜ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ 1/2 ਗੁਣਾ ਆਧਾਰ ਗੁਣਾ ਉਚਾਈ। ਹੁਣ ਇੱਥੇ ਤ੍ਰਿਭੁਜ ADC ਦਾ ਆਧਾਰ ਹੈ DC। ਹੁਣ ਇਹ ਹੈ ਇਸ ਦਾ ਆਧਾਰ ਹੈ। ਹੁਣ ਇਹੀ ਆਧਾਰ ਪੂਰੀ ਸਮਾਨਾਂਤਰ ਚਤੁਰਭੁਜ ਦਾ ਵੀ ਆਧਾਰ ਹੈ ਅਤੇ ਇੱਥੇ ਉਚਾਈ ਪਤਾ ਕਰਨ ਦੇ ਲਈ ਅਸੀਂ ਇੱਥੇ ਸਿਖਰ ਬਿੰਦੂ A ਤੋਂ ਇਸ DC ਤੇ ਇੱਕ ਲੰਬ ਖਿੱਚ ਲੈਂਦੇ ਹਾਂ ਤਾਂ ਇਹ ਸਾਡੇ ਕੋਲ ਇੱਕ ਲੰਬ ਹੋ ਗਿਆ। ਇਹ ਸਾਡੀ ਉਚਾਈ ਹੈ। ਤਾਂ ਇੱਥੇ ਜੇਕਰ ਅਸੀਂ ਚਤੁਰਭੁਜ ABCD ਦਾ ਖੇਤਰਫਲ ਪਤਾ ਕਰਨਾ ਹੈ ਜੋ ਕਿ ਇੱਕ ਸਮਾਨਾਂਤਰ ਚਤੁਰਭੁਜ ਹੈ ਤੇ ਬਰਾਬਰ ਹੋ ਜਾਏਗਾ। ਇੱਥੇ ਅਸੀਂ 2 ਨੂੰ ਜਦੋਂ 1/2 ਨਾਲ ਗੁਣਾ ਕਰਾਂਗੇ ਤਾਂ ਇਹ 1 ਆ ਜਾਏਗਾ ਤੇ ਪਿੱਛੇ ਰਹਿ ਜਾਏਗਾ B ਗੁਣਾ H ਭਾਵ ਆਧਾਰ ਗੁਣਾ ਉਚਾਈ। ਇਸ ਤਰ੍ਹਾਂ ਅਸੀਂ ਇੱਕ ਜਨਰਲ ਤੌਰ ਤੇ ਦੇਖਿਆ ਕਿ ਇੱਕ ਸਮਾਨਾਂਤਰ ਚਤੁਰਭੁਜ ਦਾ ਅਗਰ ਅਸੀਂ ਖੇਤਰਫਲ ਪਤਾ ਕਰਨਾ ਹੈ ਤਾਂ ਉਹ ਬਰਾਬਰ ਹੋ ਜਾਏਗਾ ਉਸ ਸਮਾਨਾਂਤਰ ਚਤੁਰਭੁਜ ਦਾ ਆਧਾਰ ਗੁਣਾ ਉਚਾਈ। ਹੁਣ ਇੱਥੇ ਜ਼ਰੂਰੀ ਨਹੀਂ ਹੈ ਕਿ ਕੇਵਲ ਇਸ ਸਮਾਨਾਂਤਰ ਚਤੁਰਭੁਜ ਦੀ ਇੱਕ ਹੀ ਉਚਾਈ ਹੁੰਦੀ ਹੈ। ਹੁਣ ਇਸ ਨੂੰ ਮੈਂ ਦੂਜੀ ਤਰ੍ਹਾਂ ਵੀ ਦਿਖਾ ਦਿੰਦਾ ਹਾਂ। ਅਗਰ ਮੈਂ ਇਸ ਚਤੁਰਭੁਜ ਨੂੰ ਇੱਧਰਲੇ ਪਾਸੇ ਨੂੰ ਘੁਮਾ ਦਿਆਂ ਤਾਂ ਇਹ ਕੁਝ ਇਸ ਤਰ੍ਹਾਂ ਦੀ ਬਣ ਜਾਏਗੀ। ਸੋ ਇਹ ਮੇਰਾ ਆਧਾਰ ਬਣ ਜਾਏਗਾ। ਇਹ ਦੇਖੋ ਇਹ ਮੇਰਾ ਆਧਾਰ ਹੈ ਅਤੇ ਇਹ ਕੁਝ ਇਸ ਤਰ੍ਹਾਂ ਦੀ ਦਿਖਾਈ ਦੇਗੀ, ਇਸ ਤਰ੍ਹਾਂ ਦਿਖਾਈ ਦੇਗੀ। ਹੁਣ ਇੱਥੇ ਇਹ ਬਿੰਦੂ
A ਹੈ, ਇਹ ਵਾਲਾ ਬਿੰਦੂ ਹੈ ਅਤੇ ਉਸ ਤੋਂ ਅੱਗੇ ਇਹ ਮੇਰੇ ਕੋਲ ਬਿੰਦੂ D ਆ ਗਿਆ ਤੇ ਇਹ ਅੱਗੇ ਆ ਗਿਆ ਬਿੰਦੂ C ਅਤੇ ਇਹ ਹੈ ਮੇਰੇ ਕੋਲ ਬਿੰਦੂ B। ਹੁਣ ਇसी ਚਤੁਰਭੁਜ ਨੂੰ ਮੈਂ ਘੁਮਾ ਕੇ ਇਸ ਤਰ੍ਹਾਂ ਰੱਖ ਲਿਆ। ਤਾਂ ਹੁਣ ਇੱਥੇ ਮੈਂ ਕਹਾਂਗਾ ਕਿ ਮੇਰਾ ਆਧਾਰ AD ਹੈ ਅਤੇ AD ਦੇ ਉੱਪਰ ਮੈਂ ਇੱਥੋਂ ਬਿੰਦੂ C ਤੋਂ ਲੰਬ ਖਿੱਚ ਲੈਂਦਾ ਹਾਂ। ਤਾਂ ਹੁਣ ਇੱਥੋਂ ਇੱਕ ਇਹ ਲੰਬ ਹੋ ਗਿਆ ਜਿਸ ਨੂੰ ਮੈਂ H ਲਿਖ ਲੈਂਦਾ ਹਾਂ। ਹੁਣ ਇਸ ਨੂੰ ਮੈਂ H2 ਲਿਖ ਲੈਂਦਾ ਹਾਂ ਤੇ ਪਹਿਲੇ ਵੱਲ ਨੂੰ H1 ਲਿਖ ਲੈਂਦਾ ਹਾਂ। ਹੁਣ ਇੱਥੇ ਇਸ ਨੂੰ H1 ਕਰ ਲੈਂਦੇ ਹਾਂ। ਹੁਣ ਜਦੋਂ ਮੈਂ ਇਸ ਚਤੁਰਭੁਜ ਦਾ ਖੇਤਰਫਲ ਲਿਖਣਾ ਹੈ ਤਾਂ ਮੈਂ ਇਸ ਦੇ ਲਈ ਲਿਖਾਂਗਾ ਆਧਾਰ ਇੱਥੇ AD ਹੈ। ਹੁਣ ਇੱਥੇ ਜੋ ਆਧਾਰ ਸੀ ਪਹਿਲੇ ਮੈਂ ਇੱਥੇ ਆਧਾਰ ਲਿਖ ਲੈਂਦਾ ਹਾਂ। ਇਸ ਨੂੰ ਮੈਂ ਲਿਖ ਸਕਦਾ ਹਾਂ ਕਿ ਇਸ ਦਾ ਆਧਾਰ ਸੀ DC ਤੇ ਗੁਣਾ ਉਚਾਈ ਸੀ H1। ਹੁਣ ਜਦੋਂ ਇसी ਤ੍ਰਿਭੁਜ ਨੂੰ ਮੈਂ ਦੂਜੀ ਤਰ੍ਹਾਂ ਘੁਮਾ ਲਿਆ ਤਾਂ ਹੁਣ ਇੱਥੇ ਆਧਾਰ ਬਣ ਗਿਆ AD, ਆਧਾਰ ਹੋ ਗਿਆ AD ਤੇ ਇੱਥੇ ਉਚਾਈ ਹੋ ਗਈ H2। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰਨ ਲਈ ਅਸੀਂ ਦੋ ਤਰੀਕੇ ਵਰਤ ਸਕਦੇ ਹਾਂ। ਜੇਕਰ ਅਸੀਂ ਇਹ ਆਧਾਰ ਲੈਂਦੇ ਹਾਂ ਤਾਂ ਸਾਡੀ ਉਚਾਈ ਇਹ ਹੋ ਜਾਏਗੀ, ਜੇਕਰ ਅਸੀਂ ਇਹ ਆਧਾਰ ਲੈਂਦੇ ਹਾਂ ਤਾਂ ਸਾਡੀ ਉਚਾਈ ਕੁਛ ਇਸ ਤਰ੍ਹਾਂ ਹੋ ਜਾਏਗੀ। ਤਾਂ ਇਹ ਸਾਡੀ ਉਚਾਈ ਹੋ ਜਾਏਗੀ। ਇਸ ਲਈ ਜ਼ਰੂਰੀ ਨਹੀਂ ਹੈ ਕਿ ਜਦੋਂ ਤੁਸੀਂ ਖੇਤਰਫਲ ਪਤਾ ਕਰਨਾ ਹੈ ਤੁਸੀਂ ਇਸ ਭੁਜਾ ਦੇ ਉੱਪਰ ਹੀ ਲੰਬ ਲੈਣਾ ਹੈ। ਤੁਸੀਂ ਇਸ ਭੁਜਾ ਨੂੰ ਆਧਾਰ ਮੰਨ ਕੇ ਵੀ ਦੂਜੇ ਸਿਖਰ ਤੋਂ ਉਸ 'ਤੇ ਲੰਬ ਲੈ ਸਕਦੇ ਹੋ। ਹੁਣ ਅੱਗੇ ਦੇਖੋ, ਜੇਕਰ ਤੁਹਾਡੇ ਕੋਲ ਕੁਛ ਇਸ ਤਰ੍ਹਾਂ ਦੀ ਸਮਾਨਾਂਤਰ ਚਤੁਰਭੁਜ ਹੋਵੇ, ਜੇਕਰ ਕੁਛ ਇਸ ਤਰ੍ਹਾਂ ਦੀ ਸਮਾਨਾਂਤਰ ਚਤੁਰਭੁਜ ਹੋਵੇ ਜਿਸ ਦਾ ਕਿ ਆਧਾਰ 5 ਹੋਵੇ ਅਤੇ ਜਿਸ ਦੀ ਉਚਾਈ ਇੱਥੇ 6 ਹੋਵੇ। ਹੁਣ ਜਦੋਂ ਇਸ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਇੱਥੇ ਤੁਸੀਂ ਆਧਾਰ ਅਤੇ ਲੰਬ ਨੂੰ ਗੁਣਾ ਕਰ ਲਵੋਗੇ, ਭਾਵ 5 ਨੂੰ 6 ਨਾਲ ਗੁਣਾ ਕਰ ਲਵੋਗੇ। ਇਹ ਲੰਬ ਤੁਹਾਡਾ ਇੱਦਾਂ ਬਾਹਰ ਵੀ ਹੋ ਸਕਦਾ ਹੈ, ਇਹ ਲੰਬ ਤੁਹਾਡਾ ਇਸ ਤਰ੍ਹਾਂ ਅੰਦਰ ਵੀ ਹੋ ਸਕਦਾ ਹੈ, ਇਹ ਦੋਨੇ ਪਾਸੇ ਹੋ ਸਕਦਾ ਹੈ। ਇਸ ਦੀ ਉਚਾਈ ਹਮੇਸ਼ਾ ਹੀ 6 ਰਹੇਗੀ। ਹੁਣ ਜਦੋਂ ਤੁਸੀਂ ਇਸ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਤੁਸੀਂ ਇੱਥੇ ਇਸਦੇ ਆਧਾਰ ਨੂੰ ਇਸ ਦੇ ਲੰਬ ਨਾਲ ਗੁਣਾ ਕਰ ਦਿਓਗੇ। ਇੱਥੇ 6 ਨੂੰ 5 ਨਾਲ ਗੁਣਾ ਕਰੋਗੇ ਤਾਂ ਇਸ ਦਾ ਖੇਤਰਫਲ ਆਵੇਗਾ 30।